Welcome back to all my viewers on my YouTube channel. Today we are continues from to the lesson number 4th of the geography part 2nd of social study class 8th ਅਬਰ ਐਗਰੀਕਲਚਰ। ਅੱਜ ਅਸੀਂ ਐਗਰੀਕਲਚਰ ਦਾ ਜਿਹੜਾ ਦੂਜਾ ਪਾਰਟ ਲੈ ਕੇ ਆਏ ਹਾਂ, ਜਿਹਦੇ ਵਿੱਚ ਡਿਸਕਸ ਕਰਾਂਗੇ ਅਸੀਂ ਇਹਦੇ ਵੈਰੀ ਸ਼ਾਰਟ ਕੁਐਸਚਨ ਆਨਸਰ ਤੇ ਇੰਪੋਰਟੈਂਟ ਕੁਐਸਚਨ ਆਨਸਰ ਜਿਹੜੇ ਕਿ ਸਾਡੇ ਸਿਲੇਬਸ ਦੇ ਵਿੱਚ ਆ ਸਕਦੇ ਆ। ਸਟਾਰਟ ਕਰਦੇ ਹਾਂ, ਦੇਖੋ ਵੈਰੀ ਸ਼ਾਰਟ ਕੁਐਸਚਨ ਆਨਸਰਸ ਤੋਂ। ਦੈਨ ਦੀ ਫਸਟ ਕੁਐਸਚਨ is what do you understand by the agriculture? ਤੁਸੀਂ agriculture ਤੋਂ ਕੀ ਸਮਝਦੇ ਹੋ? ਆਨਸਰ ਹੈ the agriculture include raising the crops, cattle grazing and another agriculture activity. It is also include to the dairy farming, poultry, beekeeping, fishing, horticulture, grain productions, flour ਮਿਲਸ ਐਕਸੈਕਟਰਾ। ਐਗਰੀਕਲਚਰ ਕੀ ਆ? ਜਿਹਦੇ ਵਿੱਚ ਅਸੀਂ ਇੱਕ ਫਸਲਾਂ ਉਗਾਉਂਦੇ ਹਾਂ, ਜਾਂ ਫਿਰ ਕੀ ਆ ਪਸ਼ੂ ਪਾਲਣ ਕੀਤਾ ਜਾਂਦਾ, ਜਾਂ ਹੋਰ ਅਦਰ ਖੇਤੀਬਾੜੀਆਂ ਵਾਲੀਆਂ ਜਿਹੜੀਆਂ ਅਸੀਂ ਕੰਮ ਕਰਦੇ ਹਾਂ ਉਹਨੂੰ ਕਿਹਾ ਜਾਂਦਾ ਵਾ। ਇਹਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ ਡੇਅਰੀ ਫਾਰਮਿੰਗ, ਮੁਰਗੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਮੱਛੀ ਪਾਲਣ, ਫੁੱਲਾਂ ਦੀ ਖੇਤੀ ਜਾਂ ਕੁਛ ਗੁੜ ਬਣਾਉਣਾ, ਜਾਂ ਕੁਛ ਕਣਕ ਉਗਾਉਣੀ, ਜਾਂ ਆਟਾ ਚੱਕੀ, ਅਜਿਹੇ ਸਾਰੇ ਜਿਹੜੇ ਕੰਮ ਇਨਕਲੂਡ ਕੀਤੇ ਜਾਂਦੇ ਆ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਐਗਰੀਕਲਚਰ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਦੇਖੋ ਵਿਚ ਫੈਕਟਰਸ ਇਫੈਕਟਿੰਗ ਦੀ ਆ ਐਗਰੀਕਲਚਰ। ਕਿਹੜੀ ਅਜਿਹੀਆਂ ਚੀਜ਼ਾਂ ਨੇ ਜਾਂ ਕਿਹੜੇ ਅਜਿਹੇ ਤੱਤ ਨੇ ਜਿਹੜੇ ਕਿ ਐਗਰੀਕਲਚਰ ਨੂੰ ਪ੍ਰਭਾਵਿਤ ਕਰਦੇ ਨੇ। ਦੇਖੋ ਹੁਣ ਸਭ ਨੂੰ ਪਤਾ ਵੀ ਜਿਹੜੀ ਐਗਰੀਕਲਚਰ ਆ ਉਹਨੂੰ ਇਫੈਕਟ ਕਰਨ ਵਾਲੇ ਬਹੁਤ ਸਾਰੇ ਫੈਕਟਰ ਹੁੰਦੇ ਆ, ਪਰ ਜਿਹੜੇ ਮੇਨ ਫੈਕਟਰ ਨੇ ਉਹ ਮੈਂ ਤੁਹਾਨੂੰ ਇੱਥੇ ਦੱਸੇ ਨੇ। ਜਿਵੇਂ ਸਾਡੇ ਕੋਲ ਆ ਕਲਾਈਮੇਟ, ਜਿਹੜਾ ਸਾਡੀ ਜਲਵਾਯੂ, ਰਿਲੀਫ, ਧਰਾਤਲ ਅਤੇ ਟਾਈਪਸ ਆਫ ਸੋਇਲ, ਵੀ ਸਾਡੀ ਮਿੱਟੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਇਰੀਗੇਸ਼ਨਸ ਯਾਨੀ ਕਿ ਸਿੰਜਾਈ ਦੇ ਪ੍ਰਥਾ, ਮੈਥਡ ਆਫ ਕਲਟੀਵੇਸ਼ਨ, ਅਸੀਂ ਕਿਸ ਤਰੀਕੇ ਨਾਲ ਜਿਹੜੀ ਆ ਫਸਲਾਂ ਉਗਾਉਂਦੇ ਆ, ਉਹਦੀਆਂ ਮਾਰਕੀਟਿੰਗ, ਬਜ਼ਾਰੀਕਰਨ ਕਿੱਦਾਂ ਹੁੰਦਾ ਵਾ, ਮੀਨਸ ਆਫ ਟਰਾਂਸਪੋਰਟੇਸ਼ਨ ਕਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣਾ, ਅਤੇ ਬੈਂਕਿੰਗ ਫੈਸਿਲਿਟੀਆਂ ਜਾਂ ਬੈਂਕਿੰਗ ਸਹੂਲਤਾਂ ਜਿਹੜੀਆਂ ਨੇ ਇਹ ਐਗਰੀਕਲਚਰ ਨੂੰ ਹਮੇਸ਼ਾ ਇਫੈਕਟ ਕਰਦੀਆਂ ਨੇ। ਇਹ ਮੇਨ ਇੰਪੋਰਟੈਂਟ ਫੈਕਟਰਸ ਨੇ ਜਿਹਦੇ ਨਾਲ ਐਗਰੀਕਲਚਰ ਹਮੇਸ਼ਾ ਇਫੈਕਟ ਹੁੰਦੀ ਹੈ। ਉਸ ਤੋਂ ਬਾਅਦ ਹੈ ਥਰਡ ਕੁਐਸਚਨ, ਰਾਈਟ ਦੀ ਬਲੀਫ ਨੋਟ ਆਫ ਟੂ ਦੀ ਪਲਾਂਟੇਸ਼ਨ ਫਾਰਮਿੰਗ, ਜਿਹਦੇ ਵਿੱਚ ਅਸੀਂ ਕੀ ਆ ਬਾਗਬਾਤੀ, ਜਾਂ ਤੁਸੀਂ ਕਹਿ ਸਕਦੇ ਹੋ ਵੀ ਜਿਹਦੇ ਵਿੱਚ ਅਸੀਂ ਦਰਖਤ ਜਾਂ ਪੌਦੇ ਉਗਾਉਂਦੇ ਆ, ਉਹ ਵਾਲੀ ਫਾਰਮਿੰਗ ਦੇ ਉੱਤੇ ਨੋਟ ਲਿਖਣਾ। ਆਨਸਰ ਹੈ ਦੀ ਇਨਕਲੂਡਸ ਟੂ ਦੀ ਕਲਟੀਵੇਸ਼ਨ ਆਫ ਟੂ ਦੀ ਸਿੰਗਲ ਕ੍ਰੌਪਸ ਆਫ ਅ ਲਾਰਜ ਫਾਰਮਸ। ਇਹ ਕੀ ਹੁੰਦੀ ਆ? ਇੱਕੋ ਤਰ੍ਹਾਂ ਦੀ ਖੇਤੀ ਹੁੰਦੀ ਹੈ ਜਿਹੜੀ ਕਿ ਪੂਰੇ ਸਾਲ ਕੀਤੀ ਜਾਂਦੀ ਆ, ਅਤੇ ਇਹਦੇ ਵਿੱਚ ਅਸੀਂ ਇੱਕ ਹੀ ਫਸਲ ਜਿਹੜੀ ਆ ਉਹ ਉਗਾਉਣੇ ਹੈਗੇ ਆ। ਉਸ ਤੋਂ ਬਾਅਦ ਹੈ ਰਾਈਟ ਦੀ ਨੇਮਸ ਆਫ ਦੀ ਕੈਰੀਅਲ ਕ੍ਰੌਪਸ, ਕੁਛ ਅਜਿਹੀਆਂ ਫਸਲਾਂ ਜਿਹੜੀਆਂ ਕਿ ਅਨਾਜ ਦੇ ਨਾਲ ਡੀਲ ਕਰਦੀਆਂ ਨੇ। ਕੈਰੀਅਲਸ ਦਾ ਮਤਲਬ ਅਨਾਜ ਦੇ ਨਾਲ ਜਿਹੜੀਆਂ ਡੀਲ ਕਰਦੀਆਂ ਨੇ। ਸਾਨੂੰ ਸਭ ਨੂੰ ਪਤਾ ਵੀ ਰਾਈਸ ਆ, ਵੀਟ ਆ, ਮਿਜ਼ੋਲਸ ਆ, ਜਵਾਰ ਆ, ਬਾਜਰਾ ਵਾ, ਪਲਸ ਨੇ, ਅਤੇ ਆਇਲ ਸੀਡਸ ਯਾਨੀ ਕਿ ਚੌਲ, ਕਣਕ, ਮੱਕੀ, ਜਵਾਰ, ਬਾਜਰਾ, ਦਾਲਾਂ ਅਤੇ ਤੇਲ ਵਾਲੇ ਜਿਹੜੇ ਹੋਰ ਬੀਜ ਨੇ ਉਹਨਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਖਾਣ ਵਾਲੀ ਚੀਜ਼ਾਂ ਦੇ ਵਿੱਚ ਕੀਤੀ ਜਾਂਦੀ ਆ। ਉਸ ਤੋਂ ਬਾਅਦ ਦੇਖੋ ਕੀ ਆ, ਵਟ ਆਰ ਦੀ ਪਲੂਡਿੰਗ ਦਾ ਮਤਲਬ ਵੀ ਕੱਦੂ ਕਰਨਾ ਤੋਂ ਕੀ ਭਾਵ ਹੈ? ਵੀ ਜਿਹੜਾ ਅਸੀਂ ਕੱਦੂ ਕਰਦੇ ਹੁੰਦੇ ਹਾਂ, ਕਦੋਂ ਕਰਦੇ ਹੁੰਦੇ ਹਾਂ? ਸਭ ਨੂੰ ਪਤਾ ਵੀ ਸਾਰੇ ਫਾਰਮਿੰਗ ਨੂੰ ਬਿਲੋਂਗ ਕਰਦੇ ਨੇ ਜਾਂ ਪਤਾ ਵਾ ਫਾਰਮਿੰਗ ਦੇ ਵਿੱਚ ਕੱਦੂ ਉਦੋਂ ਕੀਤਾ ਜਾਂਦਾ ਵਾ ਜਦੋਂ ਅਸੀਂ ਰਾਈਸ ਦੀ ਕਲਟੀਵੇਸ਼ਨ ਕਰਨੀ ਆ। ਉਹੀ ਦੱਸਿਆ ਜਾ ਰਿਹਾ ਵੀ ਰਾਈਸ ਦੀ ਕਲਟੀਵੇਸ਼ਨ ਕਰਨ ਲੱਗੇ ਉਹਦੇ ਸੀਡਸ ਨੂੰ ਜਿਹੜਾ ਪਲਾਂਟੇਸ਼ਨ ਕਰਨੀ ਹੁੰਦੀ ਹੈ, ਜਿਹੜਾ ਸਾਡਾ ਇੱਕ ਖੇਤ ਤਿਆਰ ਕੀਤਾ ਗਿਆ ਹੁੰਦਾ ਵਾ, ਉਹਨੂੰ ਅਸੀਂ ਲੈਵਲ ਕਰਦੇ ਹਾਂ ਅਤੇ ਉਹਨੂੰ ਪੂਰਾ ਪਾਣੀ ਦੇ ਨਾਲ ਭਰ ਲਿਆ ਜਾਂਦਾ ਵਾ। ਉਹਨੂੰ ਅਸੀਂ ਪਲੂਡਿੰਗ ਕਹਿੰਦੇ ਹਾਂ, ਜਿਹੜਾ ਕਿ ਉਹ ਫੀਲਡ ਦੇ ਵਿੱਚ ਅਸੀਂ ਕੱਦੂ ਕਰਨਾ ਕਿਹਾ ਜਾਂਦਾ ਪੰਜਾਬੀ ਦੇ ਵਿੱਚ। ਅਤੇ ਇਹਦੇ ਵਿੱਚ ਅਸੀਂ ਜਿਹੜੀਆਂ ਰਾਈਸ ਦੇ ਪਲਾਂਟਸ ਹੁੰਦੇ ਆ ਉਹਨੂੰ ਟਰਾਂਸਪਲਾਂਟ ਕਰਦੇ ਹਾਂ, ਯਾਨੀ ਕਿ ਉਹਦੇ ਵਿੱਚ ਲਗਾ ਦਿੰਦੇ ਹਾਂ, ਅਤੇ ਉਹਨੂੰ ਅਸੀਂ ਕੀ ਕਹਿੰਦੇ ਕੱਦੂ ਕਰਨਾ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਦੇਖੋ ਕੀ ਆ, ਵਟ ਦੀਆਂ ਪ੍ਰੋਡਕਟਸ ਆਰ ਪ੍ਰਪੇਅਰਡ ਫਰੋਮ ਟੂ ਦੀਆਂ ਮਿਜ਼ੀਲਸ, ਵੀ ਜਿਹੜੀ ਕਣਕ ਜਾਂ ਮੱਕੀ ਤੋਂ ਤਿਆਰ ਹੋਣ ਵਾਲੀਆਂ ਕਿਹੜੀਆਂ ਚੀਜ਼ਾਂ ਨੇ? ਦੇਖੋ ਕੀ ਆ, ਗਲੂਕੋਜ਼ ਤਿਆਰ ਹੁੰਦਾ, ਸਟਾਰਚ ਤਿਆਰ ਹੁੰਦਾ, ਅਲਕੋਹਲ, ਵੈਜੀਟੇਬਲ ਆਇਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੱਕੀ ਦੀ ਫਸਲ ਤੋਂ ਤਿਆਰ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਹਾਊ ਮੈਨੀ ਟਾਈਪਸ ਆਫ ਟੂ ਦੀਆਂ ਕਾਟਨਸ ਆਰ ਦੇਅਰ ਔਨ ਦੀ ਬੇਸਿਸ ਆਫ ਟੂ ਦੀਆਂ ਲੈਂਥ ਆਫ ਸਟਿਫ, ਵੀ ਅਸੀਂ ਹੁਣ ਜਿਹੜੀ ਕਪਾਹ ਦੀ ਖੇਤੀ ਹੈ ਜਾਂ ਰੂਮ ਬਣਾਈ ਜਾਂਦੀ ਆ ਉਹਦੀ ਲੈਂਥ ਦੇ ਅਕੋਰਡਿੰਗ ਅਸੀਂ ਕਿੰਨੇ ਤਰ੍ਹਾਂ ਦੇ ਵਿੱਚ ਉਹਨੂੰ ਵੰਡ ਸਕਦੇ ਹਾਂ। ਦੇਖੋ 3 ਤਰ੍ਹਾਂ ਦੀ ਹੁੰਦੀ ਆ। ਲੌਂਗ ਸਟਿਫਲ ਕਾਟਨ ਵੀ ਬੈਸਟ ਜਿਹੜੀ ਕੁਆਲਿਟੀ ਦੀ ਹੁੰਦੀ ਆ, ਸਭ ਤੋਂ ਵਧੀਆ ਜਿਹੜੀ ਲੰਬੇ ਰੇਸ਼ੇ ਵਾਲੀ ਹੁੰਦੀ ਆ। ਫਿਰ ਆਉਂਦਾ ਮਿਡਲ ਸਟਿਫਲ ਜਿਹੜਾ ਕਿ ਦਰਮਿਆਨੀ ਹੁੰਦੀ ਆ ਜਾਂ ਮੱਧ ਆਕਾਰ ਦੀ ਹੁੰਦੀ ਆ। ਫਿਰ ਉਸ ਤੋਂ ਬਾਅਦ ਆਉਂਦਾ ਸ਼ਾਰਟ ਸਟਿਫ ਵੀ ਬਹੁਤ ਛੋਟੇ ਜਿਹੜੇ ਕਪਾਹ ਦੇ ਰੇਸ਼ੇ ਹੁੰਦੇ ਆ ਉਹ ਵਾਲੀ। ਉਸ ਤੋਂ ਬਾਅਦ ਹੈ ਵਿਚ ਆਰ ਦੀਆਂ ਥਿੰਗਸ ਕੈਨ ਯੂ ਮੇਡ ਬਾਈ ਫਰੋਮ ਜੂਟ, ਵੀ ਅਸੀਂ ਜਿਹੜੀ ਜੂਟ ਦੀ ਖੇਤੀ ਕਰਦੇ ਹਾਂ ਯਾਨੀ ਕਿ ਪਟਸਨ ਦੀ ਖੇਤੀ ਕੀਤੀ ਜਾਂਦੀ ਆ, ਉਹ ਤੋਂ ਅਸੀਂ ਕਿਹੜੀਆਂ ਚੀਜ਼ਾਂ ਬਣਾ ਸਕਦੇ ਹਾਂ? ਜਿਵੇਂ ਕਿ ਬੈਗਸ ਬਣਾ ਸਕਦੇ ਹਾਂ, ਰੋਪਸ ਬਣਾ ਸਕਦੇ ਹਾਂ, ਸਟੀਵਲਿੰਗ ਬਣਾ ਸਕਦੇ ਹਾਂ, ਐਕਸੈਕਟਰਾ, ਜਾਂ ਸ਼ੂਜ਼ ਵੀ ਇਹ ਤੋਂ ਪ੍ਰਪੇਅਰ ਕੀਤੇ ਜਾਂਦੇ ਆ। ਯਾਨੀ ਕਿ ਇਹ ਤੋਂ ਕੀ ਆ, ਅਸੀਂ ਬੋਰੀਆਂ ਬਣਾ ਸਕਦੇ ਹਾਂ, ਰੱਸੀਆਂ ਬਣਾ ਸਕਦੇ ਹਾਂ, ਟਾਟ ਬਣਾ ਸਕਦੇ ਹਾਂ, ਅਤੇ ਹੋਰ ਵੀ ਸ਼ੂਜ਼ ਤੋਂ ਬਣਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੂਟ ਤੋਂ ਜਾਂ ਪਟਸਨ ਤੋਂ ਬਣਦੀਆਂ ਨੇ।
ਉਸ ਤੋਂ ਬਾਅਦ ਦੇਖੋ ਹਾਊ ਡਜ਼ ਦੀ ਟੀ ਪਲਾਂਟਸ ਲੁੱਕ ਲਾਈਕ, ਵੀ ਜਿਹੜੇ ਪਲਾਂਟਸ ਦੇ ਟਰੀ ਹੁੰਦੇ ਆ ਉਹ ਕਿਸ ਤਰ੍ਹਾਂ ਦੇਖਣ ਦੇ ਵਿੱਚ ਹੁੰਦੇ ਆ। ਇਹਦੇ ਜਿਹੜੇ ਦਰਖਤ ਹੁੰਦੇ ਆ ਉਹ ਇੱਕ ਝਾੜੀ ਤਰ੍ਹਾਂ, ਬਰਸ਼ ਦੀ ਤਰ੍ਹਾਂ ਦਿਖਦੇ ਆ, ਝਾੜੀ ਤਰ੍ਹਾਂ। ਇਹਦੇ ਲੀਫ ਜਿਹੜੇ ਨੇ ਉਹ ਪ੍ਰੋਵਾਈਡ ਕਰਦੇ ਆ ਸਾਨੂੰ ਟੀ, ਯਾਨੀ ਕਿ ਉਹਦੇ ਪੱਤਿਆਂ ਤੋਂ ਹੀ ਚਾਹ ਤਿਆਰ ਕੀਤੀ ਜਾਂਦੀ ਆ। ਉਸ ਤੋਂ ਬਾਅਦ ਦੇਖੋ ਰਾਈਟ ਦੀਆਂ ਨੇਮਸ ਆਫ ਦੀਆਂ 3 ਟਾਈਪਸ ਆਫ ਕਾਫੀ, ਵੀ ਜਿਹੜੀਆਂ ਕਾਫੀ ਦੀਆਂ ਕੋਈ ਤੁਸੀਂ 3 ਕਿਸਮਾਂ ਲਿਖਣੀਆਂ ਨੇ। ਕਾਫੀ ਦੇ ਵਿੱਚ ਵੀ ਡਿਫਰੈਂਟ ਤਰ੍ਹਾਂ ਦੀਆਂ ਵੈਰਾਈਟੀਜ਼ ਹੁੰਦੀਆਂ ਨੇ, 3 ਤਰ੍ਹਾਂ ਦੀਆਂ ਹੁੰਦੀਆਂ ਨੇ। ਦੇਖੋ ਪਹਿਲਾ ਕੀ ਆ, ਅਰੇਬਿਕਾ, ਰੋਬੋਸਟਰਾ ਤੇ ਲਾਈਬ੍ਰੇਕਾ। ਇਹ ਜਿਹੜੇ ਨੇ 3 ਤਰ੍ਹਾਂ ਦੀਆਂ ਜਿਹੜੀਆਂ ਕਾਫੀਜ਼ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਦੇਖੋ ਵਟ ਇਜ਼ ਦੀ ਪਰਸੈਂਟੇਜ ਆਫ ਪੀਪਲ ਇੰਗੇਜਡ ਇਨ ਦੀ ਐਗਰੀਕਲਚਰ ਇਨ USA ਐਂਡ ਪੰਜਾਬ। ਹੁਣ ਦੇਖੋ ਐਗਰੀਕਲਚਰ ਦੇ ਵਿੱਚ USA ਦੇ ਕਿੰਨੇ ਲੋਕ ਜਿਹੜੇ ਨੇ ਉਹ ਖੇਤੀਬਾੜੀ ਕਰਦੇ ਆ, ਤੇ ਪੰਜਾਬ ਦੇ ਵਿੱਚ ਕਿੰਨੇ ਕਰਦੇ ਆ। USA ਦੇ ਵਿੱਚ ਮੋਰ ਦੈਨ 80% ਪੀਪਲ ਜਿਹੜੇ ਨੇ ਉਹ ਐਗਰੀਕਲਚਰ ਕਰਦੇ ਆ, ਤੇ ਪੰਜਾਬ ਦੇ ਵਿੱਚ 58% ਹੀ ਪੀਪਲ ਜਿਹੜੇ ਨੇ ਉਹ ਐਗਰੀਕਲਚਰ ਕਰਦੇ ਨੇ। ਇਸ ਤੋਂ ਬਾਅਦ ਦੇਖੋ ਕੀ ਨੇ, ਇਸ ਤੋਂ ਬਾਅਦ ਸਾਡੇ ਸ਼ਾਰਟ ਕੁਐਸਚਨ ਆਨਸਰ ਸਟਾਰਟ ਹੋ ਜਾਂਦੇ, ਜਿਨ੍ਹਾਂ ਦੇ ਅਸੀਂ ਆਨਸਰ ਜਿਹੜੇ ਨੇ ਉਹ 50 to 60 ਵਰਡਸ ਦੇ ਵਿੱਚ ਲਿਖਣੇ, ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਦੇਖੋ ਫਸਟ ਕੁਐਸਚਨ ਕੀ ਆ, ਆਫਟਰ ਰਾਈਟਿੰਗ ਦੀਆਂ ਟਾਈਪਸ ਆਫ ਐਗਰੀਕਲਚਰ ਡਿਫਰੈਂਸ਼ੀਏਟ ਬਿਟਵੀਨ ਟੂ ਦੀਆਂ ਇੰਟੈਂਸਿਵ ਐਂਡ ਐਕਸਟੈਂਸਿਵ ਐਗਰੀਕਲਚਰ। ਪਹਿਲੀ ਗੱਲ ਇਹ ਆ ਵੀ ਤੁਸੀਂ ਇਹ ਲਿਖਣਾ ਵੀ ਐਗਰੀਕਲਚਰ ਦੀਆਂ ਕਿਸਮਾਂ ਦੇ ਨਾਮ ਲਿਖਣੇ ਆ। ਫਿਰ ਉਸ ਤੋਂ ਬਾਅਦ ਤੁਸੀਂ ਦੱਸਣੇ ਆ ਸੰਘਣੀ ਤੇ ਵਿਸ਼ਾਲ ਖੇਤੀ ਦੇ ਵਿੱਚ ਕੀ ਅੰਤਰ ਹੈ, ਇੰਟੈਂਸਿਵ ਐਂਡ ਐਕਸਟੈਂਸਿਵ ਖੇਤੀ ਦੇ ਵਿੱਚ ਕੀ ਫਰਕ ਆ। ਹੁਣ ਦੇਖੋ ਸਾਨੂੰ ਸਭ ਨੂੰ ਪਤਾ ਵੀ 14 ਤਰ੍ਹਾਂ ਦੀਆਂ ਐਗਰੀਕਲਚਰ ਜਿਹੜੀਆਂ ਸੀ ਉਹ ਅਸੀਂ ਕੀਤੀਆਂ ਸੀ, ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਪਹਿਲੀ ਹੈਗੀ ਆ ਉਹਦੇ ਵਿੱਚ ਸੈਂਟੀਮੈਂਟਲ ਐਗਰੀਕਲਚਰ, ਜਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਪਰਮਾਨੈਂਟ ਐਗਰੀਕਲਚਰ। ਉਸ ਤੋਂ ਬਾਅਦ ਹੁੰਦੀ ਹੈ ਸ਼ਿਫਟਡ ਕਲਟੀਵੇਟਰ। ਫਿਰ ਉਸ ਤੋਂ ਬਾਅਦ ਹੈ ਡਰਾਈ ਫਾਰਮਿੰਗ, ਵੈਟ ਫਾਰਮਿੰਗ, ਇੰਟੈਂਸਿਵ ਫਾਰਮਿੰਗ, ਐਕਸਟੈਂਸਿਵ ਫਾਰਮਿੰਗ। ਤੇ ਫਿਰ ਹੈਗੀ ਆ ਮਿਕਸਡ ਫਾਰਮਿੰਗ, ਹਾਰਟੀਕਲਚਰ, ਇੰਡੀਵਿਜੂਅਲ ਐਗਰੀਕਲਚਰ, ਕੋਆਪਰੇਟਿਵ ਫਾਰਮਿੰਗ, ਕਲੈਕਟਿਵ ਫਾਰਮਿੰਗ, ਪਲਾਂਟੇਸ਼ਨ ਫਾਰਮਿੰਗ, ਸਬਸਟੈਂਸਿਵ ਫਾਰਮਿੰਗ ਐਂਡ ਕਮਰਸ਼ੀਅਲ ਫਾਰਮਿੰਗ। ਤੇ ਇਹ ਤਰ੍ਹਾਂ ਦੀਆਂ ਜਿਹੜੀਆਂ ਅਸੀਂ 14 ਤਰ੍ਹਾਂ ਦੀਆਂ ਇੰਡੀਆ ਦੇ ਵਿੱਚ ਜਿਹੜੀਆਂ ਫਾਰਮਿੰਗਸ ਨੇ ਉਹ ਆਮ ਤੌਰ 'ਤੇ ਦੇਖਣ ਨੂੰ ਮਿਲਦੀਆਂ ਨੇ। ਹੁਣ ਅਸੀਂ ਡਿਸਕਸ ਕਰਨਾ ਵੀ ਇਹਨਾਂ ਦੇ ਜਿਹੜੇ ਫਾਰਮਿੰਗਸ ਦੇ ਵਿੱਚੋਂ 2 ਫਾਰਮਿੰਗ ਆ ਜਿਹੜੀਆਂ ਨੇ ਜਿਹਦੇ ਵਿੱਚ ਅਸੀਂ ਡਿਸਕਸ ਕਰਨੀਆਂ ਉਹਨਾਂ ਡਿਫਰੈਂਸ਼ੀਏਟ ਇੰਟੈਂਸਿਵ ਤੇ ਐਕਸਟੈਂਸਿਵ ਫਾਰਮਿੰਗ ਦਾ, ਯਾਨੀ ਕਿ ਸੰਘਣੀ ਤੇ ਵਿਸ਼ਾਲ ਦਾ ਅਸੀਂ ਜਿਹੜਾ ਡਿਸਕਸ ਕਰਨਾ ਵਾ। ਉਸ ਤੋਂ ਪਹਿਲਾਂ ਆ ਦੇਖੋ ਜਿਹਦੇ ਵਿੱਚ ਅਸੀਂ ਟਾਈਪਸ ਆਫ ਫਾਰਮਿੰਗ ਜਿਹੜੀਆਂ ਨੇ ਉਹ ਡਿਸਕਸ ਕੀਤੀਆਂ ਸੀ ਪਿਛਲੀ ਕਲਾਸ ਦੇ ਵਿੱਚ ਵੀ, ਸਬਸਟੈਂਸਿਵ ਫਾਰਮਿੰਗ, ਕਮਰਸ਼ੀਅਲ ਫਾਰਮਿੰਗ, ਤੇ ਉਸ ਤੋਂ ਬਾਅਦ ਫਿਰ ਅੱਗੇ ਉਹਦੇ ਵਿੱਚ ਬਣਾਏ ਸੀਗੇ ਇੰਟੈਂਸਿਵ, ਫਿਰ ਉਸ ਤੋਂ ਬਾਅਦ ਸਬਸਟੈਂਸਿਵ, ਪ੍ਰਿਮਿਟਿਵ, ਠੀਕ ਹੈ ਜੀ। ਫਿਰ ਅੱਗੇ ਵੰਡੀਆਂ ਗਈਆਂ ਸੀ ਉਹ ਸ਼ਿਫਟਡ ਕਲਟੀਵੇਟਰ, ਨੋਮੈਟਿਕ, ਨੋਮਾਡਸ, ਤੇ ਕਮਰਸ਼ੀਅਲ ਦੇ ਵਿੱਚ ਕਮਰਸ਼ੀਅਲ ਗ੍ਰੇਨ, ਮਿਕਸਡ ਫਾਰਮਿੰਗ ਤੇ ਪਲਾਂਟੇਸ਼ਨ ਐਗਰੀਕਲਚਰ। ਇਹ ਸਾਰੀਆਂ ਸੀਗੀਆਂ। ਹੁਣ ਦੇਖੋ ਇਹਨਾਂ ਦਾ ਡਿਫਰੈਂਸ਼ੀਏਸ਼ਨ ਕੀ ਕਹਿੰਦਾ ਵਾ, ਇਹਨਾਂ ਵਿੱਚ ਡਿਸਟਿੰਕਟ ਕੀਤਾ ਗਿਆ ਜਿਹੜੀ ਇੰਟੈਂਸਿਵ ਫਾਰਮਿੰਗ ਇਜ਼ ਡਨ ਓਨਲੀ ਟੂ ਦੀਆਂ ਸਮਾਲ ਫਾਰਮਸ ਵਾਈਲ ਦੀ ਐਕਸਟੈਂਸਿਵ ਫਾਰਮਿੰਗ ਡਨ ਇਨ ਟੂ ਦੀਆਂ ਲਾਰਜ ਫਾਰਮ। ਵੀ ਜਿਹੜਾ ਇੰਟੈਂਸਿਵ ਐਗਰੀਕਲਚਰ ਕੀਤੀ ਜਾਂਦੀ ਉਹ ਸਿਰਫ ਛੋਟੇ ਛੋਟੇ ਖੇਤਾਂ ਦੇ ਵਿੱਚ ਵੀ ਹੋ ਸਕਦੀ ਹੈ, ਪਰ ਐਕਸਟੈਂਸਿਵ ਦੇ ਲਈ ਸਾਨੂੰ ਵੱਡੇ ਜਿਹੜੇ ਆਕਾਰ ਦੇ ਖੇਤ ਨੇ ਉਹ ਚਾਹੀਦੇ ਹੋਣਗੇ। ਉਸ ਤੋਂ ਬਾਅਦ ਇਮੀਗ੍ਰੇਸ਼ਨ ਐਂਡ ਫਰਟੀਲਾਈਜ਼ਰ ਆਰ ਯੂਜ਼ਡ ਇੰਟੈਂਸਿਵ ਫਾਰਮਿੰਗ ਵਾਈਲ ਦੀਆਂ ਮਸ਼ੀਨਸ ਆਰ ਯੂਜ਼ਡ ਇਨ ਟੂ ਦੀ ਐਕਸਟੈਂਸਿਵ ਫਾਰਮਿੰਗ। ਅਸੀਂ ਜਿਹੜਾ ਵਾ ਸਿੰਜਾਈ ਦੇ ਸਾਧਨ ਤੇ ਹੋਰ ਜਿਹੜੀਆਂ ਜਿਵੇਂ ਕਹਿ ਦਿਓ ਵੀ ਫਰਟੀਲਾਈਜ਼ਰ ਨੇ ਉਹ ਯੂਜ਼ ਕਰਦੇ ਆ ਇੰਟੈਂਸਿਵ ਫਾਰਮਿੰਗ ਦੇ ਵਿੱਚ, ਬਟ ਜਿਹੜੀ ਐਕਸਟੈਂਸਿਵ ਫਾਰਮਿੰਗ ਆ ਉਹ ਕਿਹਦੇ ਨਾਲ ਕੀਤੀ ਜਾ ਸਕਦੀ ਹੈ, ਮਸ਼ੀਨਾਂ ਨਾਲ, ਕਿਉਂਕਿ ਖੇਤ ਬਹੁਤ ਜ਼ਿਆਦਾ ਵੱਡੇ ਹੋ ਜਾਂਦੇ ਆ। ਉਸ ਤੋਂ ਬਾਅਦ ਦੇਖੋ ਐਕਸਟੈਂਸਿਵ ਫਾਰਮਿੰਗ ਡਨ ਇਨ ਪੰਜਾਬ, ਵੀ ਜਿਹੜੀ ਛੋਟੀ ਜਾਂ ਸੰਘਣੀ ਜਿਹੜੀ ਖੇਤੀ ਆ ਉਹ ਸਿਰਫ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ, ਤੇ ਐਕਸਟੈਂਸਿਵ ਵੱਡੇ ਖੇਤ ਜਿਹੜੇ ਨੇ ਉਹ ਕਿੱਥੇ ਮਿਲਦੇ ਆ ਸਾਨੂੰ, USA ਦੇ ਵਿੱਚ ਕੀਤੀ ਜਾਂਦੀ ਹੈ, ਤਾਂ ਹੀ ਉੱਥੇ ਜਿਹੜੀ ਪ੍ਰੋਡਕਸ਼ਨ ਆ ਉਹ ਜ਼ਿਆਦਾ ਹੋ ਜਾਂਦੀ ਹੈ। ਉਸ ਤੋਂ ਬਾਅਦ ਦੇਖੋ ਕੀ ਹੈ ਡਿਫਰੈਂਸ਼ੀਏਟ ਬਿਟਵੀਨ ਟੂ ਦੀਆਂ ਸਬਸਟੈਂਸ ਐਂਡ ਕਮਰਸ਼ੀਅਲ ਟਾਈਪਸ ਆਫ ਫਾਰਮਿੰਗ। ਤੇ ਹੁਣ ਤੁਸੀਂ ਇਹ ਦੱਸਣਾ ਵੀ ਇੱਕ ਤਾਂ ਸਬਸਟੈਂਸਿਵ ਨੂੰ ਕਿਹਾ ਜਾਂਦਾ ਵਾ ਗੁਜਰੇਬੰਦੀ ਜਿਹੜੀ ਫਾਰਮਿੰਗ ਉਹ ਕੀ ਹੁੰਦੀ ਆ, ਤੇ ਫਿਰ ਉਸ ਤੋਂ ਬਾਅਦ ਕਮਰਸ਼ੀਅਲ ਨੂੰ ਕਿਹਾ ਜਾਂਦਾ ਵਪਾਰਿਕ ਕਿਸਮ ਦੀ ਖੇਤੀ ਦੇ ਵਿੱਚ ਕੀ ਡਿਫਰੈਂਸ਼ੀਏਸ਼ਨ ਨੇ, ਤੇ ਉਹਦੀਆਂ ਅੱਗੇ ਟਾਈਪਸ ਦੱਸਣੀਆਂ ਨੇ। ਦੇਖੋ ਸਬਸਟੈਂਸਿੰਗ ਫਾਰਮਿੰਗ ਜਿਹੜੀ ਆ ਉਹ ਮੈਜੋਰਿਟੀ ਆਫ ਫਾਰਮਰਸ ਜਿਹੜੇ ਨੇ ਕੰਟਰੀ ਦੇ ਵਿੱਚ ਉਹ ਪ੍ਰੈਕਟਿਸ ਕਰਦੇ ਆ, ਜਾਂ ਉਹ ਇਸ ਤਰ੍ਹਾਂ ਦੀ ਖੇਤੀ ਜਿਹੜੀ ਉਹ ਕਰਦੇ ਆ। ਇਹਦੇ ਵਿੱਚ ਇੱਕ ਵਿਸ਼ੇਸ਼ਤਾ ਵਾ ਕਰੈਕਟਰਾਈਜ਼ਡ ਆ ਵੀ ਇਹ ਸਮਾਲ ਐਂਡ ਸਕ੍ਰੈਟਿਕ ਲੈਂਡ ਹੋਲਡਰਿੰਗ ਐਂਡ ਯੂਜ਼ ਟੂ ਦੀਆਂ ਪ੍ਰਿਮਿਟਿਵ ਟੂਲਸ। ਵੀ ਇਹਦੇ ਵਿੱਚ ਕੀ ਨੇ ਛੋਟੇ ਤੇ ਦਰਮਿਆਨੇ ਖੇਤ ਵਾਲੇ ਲੋਕ ਵੀ ਆਪਣੇ ਜਿਹੜੇ ਨੇ ਉਹ ਇਹ ਖੇਤੀ ਨੂੰ ਕਰ ਸਕਦੇ ਆ, ਤੇ ਇਹਦੇ ਵਿੱਚ ਉਹ ਸਾਰੇ ਵਰਕ ਜਿਹੜਾ ਵਾ ਉਹ ਕੰਪਲੀਟ ਵੀ ਕਰਦੇ ਆ। ਉਸ ਤੋਂ ਬਾਅਦ ਹੈ ਐਜ਼ ਅ ਫਾਰਮਰਸ ਆਰ ਪੂਅਰਸ ਦੇ ਡੂ ਨਾਟ ਟੂ ਯੂਜ਼ ਦੀਆਂ ਫਰਟੀਲਾਈਜ਼ਰ ਐਂਡ ਹਾਈ ਯਾਰਡਸ ਵੈਰਾਈਟੀਜ਼ ਆਫ ਸੀਡਸ ਆਫ ਦੇਅਰ ਫੀਲਡ ਸੋ ਦੇਅਰ ਐਕਸਟੈਂਟ ਦੇ ਸ਼ੁੱਡ ਵੀ ਡੂ। ਤੇ ਹੁਣ ਉਹ ਕੀ ਨੇ, ਇਹ ਜਿਹੜੇ ਖੇਤੀ ਦੇ ਲੋਕ ਨੇ ਉਹ ਕੀ ਨੇ ਬਹੁਤ ਜ਼ਿਆਦਾ ਗਰੀਬ ਨੇ, ਉਹ ਫਰਟੀਲਾਈਜ਼ਰ ਨਹੀਂ ਯੂਜ਼ ਕਰ ਪਾ ਰਹੇ, ਜਾਂ ਵਧੀਆ ਕੁਆਲਿਟੀ ਦੇ ਬੀਜ ਜਿਹੜੇ ਨੇ ਉਹ ਆਪਣੀ ਫੀਲਡ ਦੇ ਵਿੱਚ ਨਹੀਂ ਪਾ ਰਹੇ। ਐਜ਼ ਏ ਰਿਜ਼ਲਟ ਵੀ ਜਿਹੜੀ ਇਹਦੀ ਪ੍ਰੋਡਕਟਿਵਿਟੀ ਆ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਆ। ਤੇ ਇਹਦੇ ਵਿੱਚ ਇੰਪੋਰਟੈਂਟ ਜਿਹੜੀਆਂ ਕੈਸ਼ ਕ੍ਰੌਪਸ ਨੇ ਵੀ ਜਿਹਦੇ ਵਿੱਚੋਂ ਈਜ਼ਲੀ ਜਿਹੜਾ ਪੈਸਾ ਵਾ ਉਹਨਾਂ ਨੂੰ ਮਿਲ ਜਾਂਦਾ, ਉਹ ਕਿਹੜੀਆਂ ਨੇ, ਸ਼ੂਗਰ ਕੇਨ ਆ, ਆਇਲ ਸੀਡ ਆ, ਜਾਂ ਕਪਾਹ ਦੀ ਖੇਤੀ ਆ, ਜਾਂ ਜੂਟ ਦੀ ਖੇਤੀ ਆ, ਇਹ ਕਰਦੇ ਨੇ। ਤੇ ਸਬਸਟੈਂਸਿਵ ਐਗਰੀਕਲਚਰ ਜਿਹੜੀ ਆ ਉਹ ਸਾਨੂੰ ਇੱਕ ਵੇ ਦਿੰਦੀ ਆ ਐਗਰੀਕਲਚਰ ਕਮਰਸ਼ੀਅਲ ਐਗਰੀਕਲਚਰ ਆ ਉਹਨੂੰ ਅੱਗੇ ਵਧਾਉਣ ਦੇ ਵਿੱਚ। ਉਸ ਤੋਂ ਬਾਅਦ ਸਾਡੇ ਕੋਲ ਹੈ
ਆ ਦਿਖਾਇਆ ਗਿਆ ਸਬਸਟੈਂਸਿਵ ਫਾਰਮਿੰਗ ਜਿਹੜੀ ਦਿਖਾਈ ਗਈਆਂ ਨੇ ਛੋਟੇ ਛੋਟੇ ਖੇਤਾਂ ਦੇ ਵਿੱਚ ਕੀਤੇ ਜਾਂਦੇ ਆ, ਲੋਕ ਜਿਹੜੇ ਨੇ ਇਹਦੇ ਵਿੱਚ ਜ਼ਿਆਦਾ ਸੇਲ ਨਹੀਂ ਕਰ ਪਾਉਂਦੇ। ਆ ਦਿਖਾਇਆ ਗਿਆ ਨੇ ਵੀ ਛੋਟੇ ਛੋਟੇ ਟੂਲਸ ਯੂਜ਼ ਕੀਤੇ ਜਾਂਦੇ ਆ, ਛੋਟੀ ਆਊਟਪੁੱਟ ਹੁੰਦੀ ਆ, ਤੇ ਇਹਨੂੰ ਕਰੈਕਟਰਾਈਜ਼ ਕੀਤਾ ਗਿਆ ਇੰਟੈਂਸਿਵ ਦੇ ਵਿੱਚ ਤੇ ਪ੍ਰੋਮੈਟਿਵ ਐਗਰੀਕਲਚਰ ਦੇ ਵਿੱਚ। ਤੇ ਅੱਗੇ ਵੀ ਇਹ ਦੋ ਪਾਰਟਸ ਦੇ ਵਿੱਚ ਵੰਡੀ ਗਈ ਆ, ਜਿਹਦੇ ਵਿੱਚ ਸ਼ਿਫਟਿੰਗ ਫਾਰਮਿੰਗ ਤੇ ਨੋਮੈਡਿਕ ਹੈਰੀਅਡ ਜਿਹੜੇ ਨੇ ਉਹ ਇਸ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਤੇ ਆ ਕਮਰਸ਼ੀਅਲ ਫਾਰਮਿੰਗ ਆ, ਜਿਹਦੇ ਵਿੱਚ ਅਸੀਂ ਜ਼ਿਆਦਾਤਰ ਰੀਸੇਲ ਕਰ ਸਕਦੇ ਹਾਂ ਮਾਰਕੀਟ ਦੇ ਵਿੱਚ। ਇਹਦੇ ਵਿੱਚ ਜ਼ਿਆਦਾ ਕੈਪੀਟਲ ਲੱਗਦੀ ਹੈ, ਤੇ ਇਹਦੇ ਵਿੱਚ ਜ਼ਿਆਦਾਤਰ ਖੇਤੀ ਜਿਹੜੀ ਆ ਉਹ ਕਿਹਦੇ ਨਾਲ ਕੀਤੀ ਜਾਂਦੀ ਆ, ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਤੇ ਇਹਦੇ ਵਿੱਚ ਕੈਮੀਕਲ ਯੂਜ਼ ਕੀਤੇ ਜਾਂਦੇ ਆ, ਪੈਸਟੀਸਾਈਡ ਯੂਜ਼ ਕੀਤੇ ਜਾਂਦੇ ਆ, ਤੇ ਮਾਡਰਨ ਟਾਈਪਸ ਦੇ ਜਿਹੜੇ ਟੂਲਸ ਨੇ ਉਹ ਯੂਜ਼ ਕੀਤੇ ਜਾਂਦੇ ਆ। ਤੇ ਇਹਦੇ ਵਿੱਚ ਪਲਾਂਟੇਸ਼ਨ ਵੀ ਕੀਤੀ ਜਾਂਦੀ ਹੈ। ਇਹਦੇ ਨਾਲ ਹਾਈ ਪ੍ਰੋਡਕਟਿਵਿਟੀ ਜਿਹੜੀ ਆ ਉਹ ਨਿਕਲ ਕੇ ਆਉਂਦੀ ਆ, ਤੇ ਇਹਦੇ ਨਾਲ ਜਿਹੜੀ ਸਾਡੀ ਐਗਰੀਕਲਚਰ ਆ ਉਹ ਬਹੁਤ ਜ਼ਿਆਦਾ ਵਧੀਆ ਤੇ ਅਟਰੈਕਟਿਵ ਵੀ ਬਣ ਜਾਂਦੀ ਹੈ। ਤੇ ਇਸ ਤੋਂ ਬਾਅਦ ਦਿਖਾਇਆ ਗਿਆ ਵੀ ਜਿਹੜੇ ਰਾਈਸ ਦਾ ਤੇ ਹਰਿਆਣਾ ਤੇ ਪੰਜਾਬ ਦੇ ਵਿੱਚ ਇਹ ਸਭ ਤੋਂ ਵਧੀਆ ਵਰਕਿੰਗ ਹੈਗੀ ਆ। ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਡਿਵਾਈਡ ਕੀਤਾ ਗਿਆ ਜਿਵੇਂ ਐਕਸਟੈਂਸਿਵ ਫਾਰਮਿੰਗ ਜਿਹੜੀ ਆ ਉਹ ਕੀ ਹੁੰਦੇ ਆ, ਇੱਕ ਬ੍ਰਸ਼ਿਜ਼ ਹੁੰਦੇ ਆ, ਝਾੜੀਆਂ ਹੁੰਦੀਆਂ ਜਾਂ ਟਰੀ ਹੁੰਦੀਆਂ ਜਿਨ੍ਹਾਂ ਨੂੰ ਲਗਾਇਆ ਜਾਂਦਾ ਵਾ। ਇਹਦੇ ਵਿੱਚ ਸਿੰਗਲ ਕ੍ਰੌਪ ਹੀ ਬੀਜੀ ਜਾਂਦੀ, ਯਾਨੀ ਕਿ ਇੱਕ ਤਰ੍ਹਾਂ ਦੀ ਫਸਲ ਹੀ ਉੱਗਦੀਆਂ, ਜਿਵੇਂ ਰਬੜ ਹੋ ਗਿਆ, ਟੀ ਹੋ ਗਈ, ਕਾਫੀ ਹੋ ਗਿਆ, ਕੋਕਾ ਹੋ ਗਿਆ, ਸਪਾਈਸ ਹੋ ਗਈ, ਕੋਕੋਨਟ ਹੋ ਗਏ ਜਾਂ ਫਰੂਟ ਕ੍ਰੌਪਸ ਹੋ ਗਈਆਂ, ਇਹ ਸਾਰੀਆਂ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਇਹਦੇ ਵਿੱਚ ਕੈਪੀਟਲ ਇੰਟੈਂਸਿਵ ਹੁੰਦੀ ਹੈ, ਇਹਦਾ ਮਤਲਬ ਕੀ ਆ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਲੱਗਦਾ ਵਾ, ਤੇ ਇਹਦੀ ਡਿਮਾਂਡ ਵੀ ਜਿਹੜੀ ਆ ਉਹ ਗੁੱਡ ਹੁੰਦੀ ਆ। ਤੇ ਜੇਕਰ ਅਸੀਂ ਇਹਨੂੰ ਢੰਗ ਨਾਲ ਮੈਨੇਜ ਕਰਦੇ ਹਾਂ ਤੇ ਟੈਕਨੀਕਲ ਸਾਰੀਆਂ ਚੀਜ਼ਾਂ ਪਤਾ ਨੇ ਵੀ ਨੋ ਹਾਓ, ਵੀ ਸਾਨੂੰ ਸਾਰੀਆਂ ਚੀਜ਼ਾਂ ਪਤਾ ਨੇ ਕਿਸ ਤਰੀਕੇ ਨਾਲ ਖੇਤੀ ਕੀਤੀ ਜਾਂਦੀ ਹੈ, ਕਿਹੜੇ ਮਸ਼ੀਨਸ ਲੱਗਣਗੀਆਂ, ਫਰਟੀਲਾਈਜ਼ਰ ਲੱਗਣਗੀਆਂ, ਤੇ ਸਾਡੀ ਕਿਸ ਤਰੀਕੇ ਨਾਲ ਸਿੰਜਾਈ ਸਾਧਨ ਨੇ, ਤੇ ਸਾਡੀ ਟਰਾਂਸਪੋਰਟੇਸ਼ਨ ਫੈਸਿਲਿਟੀ ਕਿੰਨੀ ਵਧੀਆ ਵਾ, ਤਾਂ ਉੱਥੇ ਫਾਰਮਿੰਗ ਜਿਹੜੀ ਆ ਉਹ ਸੂਟੇਬਲ ਆ, ਬਹੁਤ ਵਧੀਆ ਵਾ। ਇਹ ਫਾਰਮਿੰਗ ਜ਼ਿਆਦਾਤਰ ਕਿੱਥੇ ਕੀਤੀ ਜਾਂਦੀ ਆ, USA ਤੇ ਕੈਨੇਡਾ ਦੇ ਵਿੱਚ ਕੀਤੀ ਜਾਂਦੀ ਆ। ਹੁਣ ਦੇਖੋ ਅੱਗੇ ਹੈ ਸਾਡੇ ਕੋਲ ਨੈਕਸਟ ਕੁਐਸਚਨ, ਵਿਚ ਆਰ ਦੀਆਂ ਮੇਨ ਰਾਈਸ ਪ੍ਰੋਡਕਸ਼ਨ ਏਰੀਆ ਦੱਸਣਾ ਵੀ ਰਾਈਸ ਪ੍ਰੋਡਕਸ਼ਨ ਏਰੀਆ ਕਿਹੜੇ ਨੇ। ਦੇਖੋ ਆਨਸਰ ਹੈ ਦੀ ਕਲਟੀਵੇਸ਼ਨ ਆਫ ਟੂ ਦੀਆਂ ਰਾਈਸ, ਵੀ ਰਾਈਸ ਨੂੰ ਕਿਸ ਤਰੀਕੇ ਨਾਲ ਲਗਾਇਆ ਜਾਂਦਾ ਵਾ। ਦੇਖੋ ਕੀ ਹੈ ਰਾਈਸ ਜਿਹੜਾ ਵਾ ਉਹ ਡੈਲਟਾ ਜਾਂ ਫੂਡ ਗ੍ਰੇਨ ਆ, ਤੇ ਕੋਸਟਲ ਪਲੇਨ ਏਰੀਆ ਜਾਣੀ ਕਿ ਜਿਹੜੇ ਸਮੁੰਦਰ ਦੇ ਨੇੜੇ ਏਰੀਆ ਨੇ, ਜਾਂ ਜਿੱਥੇ ਕਿ ਨੇ ਪਾਣੀ ਬਹੁਤ ਜ਼ਿਆਦਾ ਮਿਲਦਾ ਵਾ, ਉੱਥੇ ਬਹੁਤ ਜ਼ਿਆਦਾ ਵਧੀਆ ਨੇ, ਜਾਂ ਫਿਰ ਮਾਊਂਟੇਨੀ ਏਰੀਆਜ਼ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਖੇਤੀ ਕੀਤੀ ਜਾਂਦੀ ਆ। ਇਹ ਕ੍ਰੌਪ ਜਿਹੜੀ ਹੈ ਇਹ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ। ਇਹਦੇ ਵਿੱਚ ਲੇਬਰ ਵੀ ਬਹੁਤ ਜ਼ਿਆਦਾ ਲੱਗਦੀ ਹੈ। ਇਹਦੇ ਵਿੱਚ ਜਿਹੜਾ ਆਪਰੇਸ਼ਨ ਹੁੰਦਾ ਵਾ ਉਹਦੇ ਵਿੱਚ ਸਾਨੂੰ ਕੀ ਆ, ਬਹੁਤ ਸਾਰੇ ਜਿਹੜੇ ਪ੍ਰਪੇਰੇਸ਼ਨਾਂ ਕਰਨੀਆਂ ਪੈਂਦੀਆਂ, ਜਿਵੇਂ ਸੀਡਸ ਬੈੱਡ ਬਣਾਉਣੇ, ਵੀ ਸਾਨੂੰ ਕੀ ਆ ਸੀਡਸ ਯਾਨੀ ਕਿ ਬੀਜ ਲਗਾਉਣੇ ਪੈਂਦੇ ਆ, ਫਿਰ ਉਹਨਾਂ ਨੂੰ ਪਲੱਗਿੰਗ ਕਰਨਾ, ਫਿਰ ਉਸ ਤੋਂ ਬਾਅਦ ਕੀ ਆ ਪਲਾਂਟ ਕਰਨਾ, ਬੀਡਿੰਗ ਕਰਨਾ, ਹਾਰਵੈਸਟਿੰਗ ਤੇ ਸੈਪਰੇਸ਼ਨ ਗ੍ਰੇਨਸ ਕਰਨਾ। ਇਹ ਸਾਰੇ ਕੰਮ ਜਿਹੜੇ ਨੇ ਉਹ ਲੇਬਰ ਦੇ ਥਰੂ ਹੁੰਦੇ ਆ, ਜਾਣੀ ਕਿ ਉਹਨੂੰ ਬੀਜਣ ਤੋਂ ਲੈ ਕੇ ਕਟਾਈ ਤੱਕ ਦੇ ਸਾਰੇ ਕੰਮ ਜਿਹੜੇ ਹੁੰਦੇ ਆ ਉਹ ਲੇਬਰ ਦੁਆਰਾ ਕੀਤੇ ਜਾਂਦੇ ਆ। ਹੁਣ ਦੇਖੋ ਰਾਈਸ ਦੇ ਲਈ ਜਿਹੜਾ ਟੈਂਪਰੇਚਰ ਰਿਕੁਆਇਰਡ ਆ ਉਹ 20 ਡਿਗਰੀ ਸੈਲਸੀਅਸ ਤੱਕ ਹੋਣਾ ਚਾਹੀਦਾ ਵਾ, ਤੇ ਇਹਦੇ ਵਿੱਚ ਮੋਇਸਚਰ ਵੀ ਹੋਣਾ ਚਾਹੀਦਾ, ਸਾਰਾ ਕੁਝ ਹੋਣਾ ਚਾਹੀਦਾ, ਤੇ ਰੇਨਫਾਲ ਜਿਹੜਾ ਵਾ 100 ਤੋਂ 150 ਸੈਂਟੀਮੀਟਰ ਤੱਕ ਹੋਣੀ ਚਾਹੀਦੀ ਆ। ਤੇ ਇਹਦੀ ਕਲਟੀਵੇਸ਼ਨ ਜ਼ਿਆਦਾਤਰ ਇੰਡੀਆ, ਚਾਈਨਾ, ਜਾਪਾਨ, ਬੰਗਲਾਦੇਸ਼, ਇੰਡੋਨੇਸ਼ੀਆ, ਥਾਈਲੈਂਡ ਤੇ ਮਿਆਂਮਾਰ ਦੇ ਵਿੱਚ ਜ਼ਿਆਦਾ ਕੀਤੀ ਜਾਂਦੀ ਆ। ਆ ਦਿਖਾਇਆ ਗਿਆ ਰਾਈਸ ਪ੍ਰੋਡਕਸ਼ਨ, ਸਭ ਨੂੰ ਦੱਸਿਆ ਗਿਆ ਵੀ ਜਿਹੜਾ ਚਾਈਨਾ ਵਾ ਉਹ ਫਸਟ ਨੰਬਰ 'ਤੇ ਆ, ਅਤੇ ਇੰਡੀਆ ਜਿਹੜਾ ਵਾ ਉਹ ਸੈਕਿੰਡ ਨੰਬਰ 'ਤੇ ਆ ਰਾਈਸ ਪ੍ਰੋਡਕਸ਼ਨ ਦੇ ਵਿੱਚ। ਅਤੇ ਇਹਦੇ ਨਾਲ ਜਿਹੜੀ ਰਾਈਸ ਪ੍ਰੋਡਕਸ਼ਨ ਆ ਉਹ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਪੋਪੂਲਰ ਹੋ ਰਹੀ ਆ। ਦੇਖੋ ਹੁਣ ਕੀ ਕਿਹਾ ਗਿਆ, ਇੰਡੀਆ ਦੇ ਵਿੱਚ ਜਿਹੜੀ ਇਹ ਰਾਈਸ ਜਿਹੜੇ ਨੇ ਉਹ ਕਿੱਥੇ ਹੁੰਦੇ ਆ, ਉੱਤਰ ਪ੍ਰਦੇਸ਼ ਦੇ ਵਿੱਚ, ਵੈਸਟ ਬੰਗਾਲ, ਆਂਧਰਾ ਪ੍ਰਦੇਸ਼, ਅਤੇ ਹੋਰ ਵੀ ਕਈ ਪ੍ਰੋਡਿਊਸਰ ਨੇ ਜਿਵੇਂ ਅਸਾਮ, ਤਾਮਿਲਨਾਡੂ, ਉੜੀਸਾ ਅਤੇ ਪੰਜਾਬ ਵੀ ਇਹਦੇ ਵਿੱਚ ਆ ਜਾਂਦਾ ਵਾ। ਜ਼ਿਆਦਾ ਇਹ ਵੈਸਟ ਬੰਗਾਲ ਅਤੇ ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਹੀ ਉੱਗਦੀ ਆ। ਹੁਣ ਦੇਖੋ ਫੋਰਥ ਕੁਐਸਚਨ ਆ, ਐਕਸਪਲੇਨ ਦੀ ਕੰਡੀਸ਼ਨ ਰਿਕੁਆਇਰਡ ਟੂ ਦੀ ਕਲਟੀਵੇਸ਼ਨ ਆਫ ਟੂ ਦੀ ਕਾਟਨ ਐਂਡ ਜੂਟ। ਹੁਣ ਕਾਟਨ, ਕਪਾਹ ਅਤੇ ਪਟਸਨ ਦੀ ਜਿਹੜੀ ਖੇਤੀ ਆ ਉਹਦੀ ਹਾਲਤ ਦੇ ਲਈ ਕਿਹੜੀਆਂ ਚੀਜ਼ਾਂ ਸਾਨੂੰ ਢੁਕਵੀਆਂ ਚਾਹੀਦੀਆਂ ਨੇ, ਜਾਂ ਕਿਸ ਸਿਚੁਏਸ਼ਨ ਹੋਣੀ ਚਾਹੀਦੀ ਹੈ ਉਹਦੇ ਲਈ। ਦੇਖੋ ਕਾਟਨ ਦੇ ਲਈ ਸਾਨੂੰ ਰਿਕੁਆਇਰਡ ਆ, ਅਤੇ ਕਾਟਨ ਅਤੇ ਜੂਟ ਦੇ ਲਈ ਦੋ ਹੀ ਚੀਜ਼ਾਂ ਲਈ ਸਾਨੂੰ ਕਲਟੀਵੇਸ਼ਨ ਜਿਹੜੀ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਉਹ ਦੱਸਿਆ ਜਾਂਦਾ। ਇਹਦੇ ਵਿੱਚ ਵੈਸਟ ਏਰੀਆ ਉਹੀ ਆ ਜਿਹਦੇ ਵਿੱਚ ਹਮੇਸ਼ਾ ਕੀ ਨੇ ਬੱਦਲਬਾਈ ਛਾਈ ਰਹਿੰਦੀ ਆ, ਅਤੇ ਫ੍ਰੀ ਸਨ ਡੇ ਹੁੰਦੇ ਆ, ਵੀ ਜਿਹੜੇ ਦਿਨ ਹੁੰਦੇ ਆ ਉਹ ਵਧੀਆ ਧੁੱਪ ਵਾਲੇ ਹੁੰਦੇ ਆ, ਅਤੇ ਇੱਥੇ ਹਾਈ ਟੈਂਪਰੇਚਰ ਹੋਵੇ ਇਹ ਰਿਕੁਆਇਰਡ ਕਰਦਾ। ਅਤੇ ਇਹਦੇ ਵਿੱਚ ਰੇਨਫਾਲ ਜਿਹੜੀ ਆ 60 ਤੋਂ 100 ਸੈਂਟੀਮੀਟਰ ਤੱਕ ਹੀ ਹੋਵੇ, ਅਤੇ ਟੈਂਪਰੇਚਰ ਜਿਹੜਾ ਵਾ 30 ਤੋਂ ਲੈ ਕੇ 40 ਡਿਗਰੀ ਤੱਕ ਹੋ ਜਾਵੇ, ਤਾਂ ਉੱਥੇ ਕਾਟਨ ਅਤੇ ਜੂਟ ਦੇ ਪਲਾਂਟ ਜਿਹੜੇ ਨੇ ਉਹ ਉੱਥੇ ਪਲਾਂਟ ਕੀਤੇ ਜਾ ਸਕਦੇ ਆ। ਦੇਖਿਆ ਜਾ ਰਿਹਾ ਵੀ ਹੁਣ 85% ਜਿਹੜਾ ਪਲਾਂਟ ਜੂਟ ਆ ਉਹ ਕਿੱਥੇ ਉੱਗਦਾ ਵਾ, ਡੈਲਟਾ ਏਰੀਆ ਦੇ ਵਿੱਚ ਉੱਗਦਾ ਵਾ। ਬੰਗਲਾਦੇਸ਼ ਅਤੇ ਇੰਡੀਆ ਜਿਹੜੇ ਨੇ ਇਹਨੂੰ ਸਭ ਤੋਂ ਜ਼ਿਆਦਾ ਉਗਾਇਆ ਜਾਂਦਾ ਵਾ, ਅਤੇ ਇਸ ਤੋਂ ਬਾਅਦ ਹੋਰ ਜਿਹੜੀਆਂ ਕੰਟਰੀਜ਼ ਨੇ ਜਿਵੇਂ ਚਾਈਨਾ ਵਾ ਉਹ ਵੀ ਪਿੱਛੇ ਇੰਡੀਆ ਦੇ ਆ ਰਹੀ ਆ। ਹੁਣ ਦੇਖੋ ਜੂਟ ਜਿਹੜਾ ਵਾ ਉਹ ਫਾਈਬਰ ਤੋਂ ਓਬਟੇਨ ਹੁੰਦਾ ਵਾ, ਇੱਕ ਫਾਈਬਰ ਤੋਂ ਬਣਦੀ ਆ। ਇਹ ਐਲਵਲ ਅਤੇ ਬਲੈਕ ਸੋਇਲ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਬਣਦੀ ਆ, ਜਿਹੜੀ ਕਾਟਨ ਦੇ ਪਲਾਂਟਸ ਨੇ ਉੱਥੇ ਉੱਗਦੇ ਆ। ਅਤੇ ਜੂਟ ਜਿਹੜਾ ਵਾ ਇਹ ਵੀ ਓਬਟੇਨ ਕੀਤੀ ਜਾਂਦੀ ਆ, ਇਹ ਕਿਹਦੇ ਵਿੱਚ ਹੁੰਦੀ ਆ, ਜੂਟ ਦਾ ਇੱਕ ਟਰੀ ਹੁੰਦਾ ਵਾ ਉਹਦੇ ਸਟੰਪ ਤੋਂ ਬਣਦੀ ਹੈ, ਯਾਨੀ ਕਿ ਉਹਦੇ ਤਣੇ ਤੋਂ ਬਣਦੀ ਆ। ਅਤੇ ਇਹ ਜ਼ਿਆਦਾਤਰ ਜਿਹੜੀ ਹੈ ਸੈਂਡੀ ਸੋਇਲਸ ਦੇ ਵਿੱਚ ਹੁੰਦੀ ਹੈ, ਯਾਨੀ ਕਿ ਚੀਕਣੀ ਮਿੱਟੀ ਦੇ ਵਿੱਚ ਇਹ ਜ਼ਿਆਦਾ ਦੇਖਣ ਨੂੰ ਮਿਲਦੀ ਆ। ਅਤੇ ਇੰਡੀਆ ਦੇ ਵਿੱਚ ਸਬ ਕੰਟੀਨੈਂਟ ਏਰੀਆ ਵਿੱਚ ਸਭ ਤੋਂ ਜ਼ਿਆਦਾ ਉੱਗਦੀ ਆ, ਜਿੱਥੇ ਕਿ ਡਰੇਨੇਮਸ ਜਿਹੜੇ ਏਰੀਆ ਨੇ ਉਹ ਜ਼ਿਆਦਾ ਨੇ, ਅਤੇ ਇੱਥੇ ਇਹਨੂੰ ਕੀ ਆ ਗਰਮੀ ਅਤੇ ਪਲੱਸ ਹੁਮਸ ਵਾਲਾ ਜਿਹੜਾ ਨਮੀ ਭਰਪੂਰ ਜਿਹੜਾ ਵਾ
ਕਲਾਈਮੇਟ ਚਾਹੀਦਾ ਹੁੰਦਾ। ਇਹਦੇ ਵਿੱਚ ਟੈਂਪਰੇਚਰ ਜਿਹੜਾ ਵਾ 25 ਡਿਗਰੀ ਤੋਂ ਵੱਧ ਹੋਣਾ ਚਾਹੀਦਾ ਅਤੇ ਰੇਨਫਾਲ ਕੀ ਆ 150 ਸੈਂਟੀਮੀਟਰ ਤੋਂ ਵੀ ਸਾਲ ਦੇ ਵਿੱਚ ਜ਼ਿਆਦਾ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਦੇਖੋ ਕੀ ਆ 5th ਕੁਐਸਚਨ ਆ ਰਾਈਟ ਦੀ ਨੋਟ ਆਫ ਟੂ ਦੀ ਕਾਟਨ ਪ੍ਰੋਡਕਸ਼ਨ ਇਨ ਪੰਜਾਬ ਦੇ ਵਿੱਚ ਜਿਹੜੀ ਕਪਾਹ ਦੀ ਖੇਤੀ ਜਾਂਦੀ ਉਹਦੇ ਉੱਤੇ ਨੋਟ ਦੇਣਾ ਵਾ। ਪੰਜਾਬ ਅਤੇ ਹਰਿਆਣਾ ਜਿਹੜਾ ਦੋ ਹੀ ਮਿਲ ਕੇ 25% ਜਿਹੜਾ ਵਾ ਕਾਟਨ ਪੂਰੇ ਇੰਡੀਆ ਨੂੰ ਪ੍ਰੋਵਾਈਡ ਕਰਦੇ ਆ। ਇਹਨਾਂ ਦਾ ਮੇਜਰ ਏਰੀਆ ਜਿਹੜਾ ਵਾ ਫਿਰੋਜ਼ਪੁਰ ਆ, ਸੰਗਰੂਰ ਡਿਸਟ੍ਰਿਕਟ ਪੈਂਦਾ ਵਾ। BT ਜਿਹੜਾ ਵਾ ਕਾਟਨ ਜਿਹੜੀ ਹੈ ਬਹੁਤ ਜ਼ਿਆਦਾ ਉਗਾਈ ਜਾਂਦੀ ਹੈ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ। ਮਾਲਵਾ ਏਰੀਏ ਨੂੰ ਅਸੀਂ ਕੀ ਕਹਿੰਦੇ ਆ ਵਾਈਟ ਗੋਲਡ ਵੀ ਇਹਦੇ ਨਾਮ ਨਾਲ ਜਾਣਿਆ ਜਾਂਦਾ, ਯਾਨੀ ਕਿ ਮਾਲਵਾ ਦਾ ਜਿਹੜਾ ਏਰੀਆ ਵਾ ਉੱਥੇ ਵੀ ਕਾਟਨ ਉੱਗਦੀ ਆ ਅਤੇ ਉਹਨੂੰ ਕੀ ਕਿਹਾ ਜਾਂਦਾ ਵਾਈਟ ਗੋਲਡ ਦੇ ਨਾਮ ਨਾਲ ਜਾਣਿਆ ਜਾਂਦਾ ਵਾ। 6th ਕੁਐਸਚਨ ਆ ਰਾਈਟ ਅਬਾਊਟ ਟੂ ਦੀ ਪ੍ਰੋਟੈਕਸ਼ਨ ਆਫ ਟੂ ਦੀ ਟੀ ਐਂਡ ਕਾਫੀ ਪਲਾਂਟ, ਵੀ ਸਾਨੂੰ ਕਿਸ ਤਰੀਕੇ ਨਾਲ ਚਾਹ ਅਤੇ ਕਾਫੀ ਦੇ ਪਲਾਂਟਾਂ ਦੀ ਜਿਹੜੀ ਆ ਦਰਖਤਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ। ਆਨਸਰ ਹੈ ਦੇਖੋ ਟੀ ਜਿਹੜਾ ਵਾ ਟੀ ਦਾ ਪਲਾਂਟ ਜਿਹੜਾ ਵਾ ਉਹ ਇੱਕ ਕਲੀਅਰ ਸਲੋਪ ਹੁੰਦੀ ਹੈ, ਇੱਕ ਡਿਗਮੀ ਜੀ ਸਲੋਪ ਹੁੰਦੀ ਹੈ, ਸਾਫ਼ ਹੋਣੀ ਚਾਹੀਦੀ ਹੈ ਉਹ ਢਲਾਨ। ਅਤੇ ਇਹਦੇ ਵਿੱਚ ਜਿਹੜਾ ਵਾ ਵੈਲ ਡਰੇਨ ਸਲੋਪ ਹੋਣੀ ਚਾਹੀਦੀ ਹੈ। ਵੈਲ ਡਰੇਨ ਦਾ ਮਤਲਬ ਵੀ ਇਹਦੇ ਵਿੱਚ ਵਿਕਾਸ ਕਰਨ ਵਾਲੀਆਂ ਯਾਨੀ ਕਿ ਖਾਦਾਂ ਜਿਹੜੀਆਂ ਵਰਤੋਂ ਕੀਤੀਆਂ ਜਾਂਦੀਆਂ ਨੇ ਉਹ ਵਧੀਆ ਢੰਗ ਨਾਲ ਪੈ ਸਕਣ। ਅਤੇ ਇਹਦੀ ਜਿਹੜੀ ਫਰਟੀਲਾਈਜ਼ਰ ਆ ਉਹੀ ਸਭ ਤੋਂ ਜ਼ਿਆਦਾ ਜਿਹੜੇ ਟਰੀ ਦੇ ਪਲਾਂਟਸ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰਦੀ ਆ। ਅਤੇ ਇਹਦੇ ਵਿੱਚ ਜਿਹੜੀ ਹੈ ਇਹਦੀ ਪ੍ਰੋਪਰ ਗਰੋਥ ਹੀ ਉਹਦੇ ਉੱਤੇ ਡਿਪੈਂਡ ਕਰਦੀ ਹੈ। ਜੇਕਰ ਅਸੀਂ ਇਹਨੂੰ ਸਹੀ ਢੰਗ ਦੇ ਨਾਲ ਕਾਂਟ ਛਾਂਟ ਕਰਦੇ ਹਾਂ, ਯਾਨੀ ਕਿ ਇਹਨੂੰ ਬਾਰ-ਬਾਰ ਇਹਦੀ ਕਾਂਟ ਛਾਂਟ ਕੀਤੀ ਜਾਵੇ ਜਾਂ ਇਹਦੀ ਕਟਾਈ ਕੀਤੀ ਜਾਵੇ, ਤਾਂ ਹੀ ਇਹ ਵਧੀਆ ਰਿਜ਼ਲਟ ਜਿਹੜੇ ਨੇ ਉਹ ਸਾਡੇ ਸਾਹਮਣੇ ਸ਼ੋਅ ਕਰ ਦਿੰਦੇ ਆ। ਕਾਫੀ ਦੇਖੋ ਕਾਫੀ ਕੀ ਹੈ ਇੱਕ ਸਪਰਿੰਗ ਆ, ਇਹ ਗਰੋਨ ਹੁੰਦੀ ਹੈ ਨਰਸਰੀ ਦੇ ਵਿੱਚ, ਯਾਨੀ ਕਿ ਨਰਸਰੀਆਂ ਦੇ ਵਿੱਚ ਉਗਾਈ ਜਾਂਦੀ ਆ। ਫਿਰ ਇਹਨੂੰ ਪਲਾਂਟ ਕੀਤਾ ਜਾਂਦਾ ਵਾ, ਜਿਹੜੇ ਕਿ ਇਹਦੇ ਖੇਤ ਬਣਾਏ ਹੁੰਦੇ ਆ ਉਹਦੇ ਵਿੱਚ। ਇਹਦੇ ਲਈ ਰਿਕੁਆਇਰਮੈਂਟ ਹੁੰਦੀ ਆ ਫਰਟੀਲਾਈਜ਼ਰ ਅਤੇ ਇਹਦੀ ਕਾਂਟ ਛਾਂਟ ਹੋਣੀ ਚਾਹੀਦੀ ਹੈ ਅਤੇ ਸਿੰਜਾਈ ਦੇ ਵਧੀਆ ਸਾਧਨ ਹੋਣੇ ਚਾਹੀਦੇ ਆ। ਇਹਦੇ ਵਿੱਚ ਜਿਹੜਾ ਵੈਦਰ ਆ ਉਹ ਕੀ ਹੋਣਾ ਚਾਹੀਦਾ, ਸਨੀ ਹੋਣਾ ਚਾਹੀਦਾ, ਸੂਰਜ ਉਹਦੇ ਵਿੱਚ ਵਧੀਆ ਨਿਕਲਣਾ ਚਾਹੀਦਾ ਵਾ, ਤਾਂ ਹੀ ਇਹਦੀ ਗਰੋਥ ਵਧੀਆ ਹੋ ਸਕਦੀ ਆ। ਅਤੇ ਇਹਦੇ ਵਿੱਚ ਜਿਹੜੀ ਕਾਂਟ ਛਾਂਟ ਆ ਉਹ ਕਰਨੀ ਚਾਹੀਦੀ ਹੈ ਅਤੇ ਇਹਦੀ ਹਾਈਟ ਜਿਹੜੀ ਹੁੰਦੀ ਆ ਉਹ 8 ਫੁੱਟ ਤੱਕ ਚਲੀ ਜਾਂਦੀ ਹੈ। ਉਸ ਤੋਂ ਬਾਅਦ ਆ ਦਿਖਾਇਆ ਗਿਆ ਕਾਫੀ ਦਾ ਏਰੀਆ ਜਿਹੜਾ ਵਾ ਕਾਫੀ ਆ ਇੰਡੀਆ ਦੇ ਵਿੱਚ ਜਿਹੜਾ ਵਾ ਕਰਨਾਟਕ, ਕੇਰਲਾ, ਤਾਮਿਲਨਾਡੂ ਇੱਥੇ ਸਭ ਤੋਂ ਜ਼ਿਆਦਾ ਹੁੰਦੀ ਆ ਟ੍ਰੈਡੀਸ਼ਨ ਦੇ ਵਿੱਚ। ਹੁਣ ਜਿਹੜਾ ਆਂਧਰਾ ਪ੍ਰਦੇਸ਼, ਉੜੀਸਾ ਅਤੇ ਈਸਟਰਨ ਕੋਸਟਲ ਏਰੀਆ ਵਾ ਉੱਥੇ ਵੀ ਸਭ ਤੋਂ ਜ਼ਿਆਦਾ ਹੁੰਦੀ ਆ। ਬ੍ਰਾਜ਼ੀਲ ਜਿਹੜੀ ਆ ਉਹ ਸਭ ਤੋਂ ਵੱਡੀ ਕੰਟਰੀ ਆ ਜਿਹੜੀ ਕਿ ਕਾਫੀ ਨੂੰ ਪ੍ਰੋਡਿਊਸ ਕਰਦੀ ਆ ਵਰਲਡ ਦੇ ਵਿੱਚ, ਠੀਕ ਹੈ ਜੀ। ਬਾਅਦ ਵਿੱਚ ਫਿਰ ਇੰਡੀਆ ਦਾ ਵੀ ਨਾਮ ਆ ਜਾਂਦਾ ਵਾ। ਉਸ ਤੋਂ ਬਾਅਦ ਹੈ 7th ਅਤੇ ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ ਰਾਈਟ ਦੀ ਨੋਟ ਆਫ ਦੀ ਯੂਜ਼ ਆਫ ਦੀ ਮਸ਼ੀਨ ਆਫ ਐਗਰੀਕਲਚਰ ਆਪਰੇਟਿੰਗ ਇਨ USA ਦੇ ਵਿੱਚ ਜਿਹੜੀਆਂ ਮਸ਼ੀਨਾਂ ਯੂਜ਼ ਕੀਤੀਆਂ ਜਾਂਦੀਆਂ ਨੇ ਐਗਰੀਕਲਚਰ ਦੇ ਵਿੱਚ, ਅਸੀਂ ਉਹਦੇ ਬਾਰੇ ਪੂਰਾ ਨੋਟ ਲਿਖਣਾ ਅਤੇ ਦੱਸਣਾ ਵੀ ਕਿਸ ਤਰੀਕੇ ਦੀ ਖੇਤੀ ਹੁੰਦੀ ਆ ਉੱਥੇ। 2 ਟਾਈਪਸ ਦੀ ਉੱਥੇ ਜ਼ਿਆਦਾਤਰ ਜਿਹੜੀਆਂ ਖੇਤੀਆਂ ਹੁੰਦੀਆਂ ਨੇ, ਜਿਵੇਂ ਸਪੈਸ਼ਲਾਈਜ਼ਡ ਫਾਰਮਿੰਗ ਵੀ ਇੱਕ ਵਿਸ਼ੇਸ਼ ਤਰ੍ਹਾਂ ਦੀ ਫਾਰਮਿੰਗ ਹੁੰਦੀ ਆ, ਅਤੇ ਇੱਕ ਹੁੰਦੀ ਆ ਮਿਕਸਡ ਫਾਰਮਿੰਗ ਵੀ ਇਕੱਠੇ ਮਿਲ ਜੁਲ ਕੇ ਹੁੰਦੀ ਆ। ਸਪੈਸ਼ਲਾਈਜ਼ਡ ਫਾਰਮਿੰਗ ਦੇ ਉੱਤੇ ਜ਼ਿਆਦਾਤਰ ਕੰਸਨਟਰੇਟ ਕੀਤਾ ਜਾਂਦਾ ਵਾ ਟਾਈਪਸ ਆਫ ਕ੍ਰੌਪਸ ਦੇ ਵਿੱਚ, ਜਿਵੇਂ ਲਾਈਵ ਸਟਾਕ ਹੋ ਗਿਆ। ਅਤੇ ਮਿਕਸਡ ਫਾਰਮਿੰਗ ਦੇ ਵਿੱਚ ਅਸੀਂ ਉਹਦੇ ਵਿੱਚ ਨੰਬਰ ਆਫ ਵੈਰਾਈਟੀਜ਼ ਜਿਹੜੀਆਂ ਫਸਲਾਂ ਨੇ ਉਗਾਈਆਂ ਜਾਂਦੀਆਂ ਨੇ। 95% ਜਿਹੜਾ ਵਾ ਫਾਰਮ ਜਿਹੜਾ USA ਦਾ ਵਾ ਉਹਦੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਆ। ਮੋਸਟਲੀ ਇਹਦੇ ਵਿੱਚ ਕੈਰੀਅਲ ਗ੍ਰੇਨਸ ਯਾਨੀ ਕਿ ਖਾਦ ਵਾਲੀਆਂ ਜਿਹੜੀਆਂ ਗ੍ਰੇਨ ਦੀਆਂ ਯਾਨੀ ਕਿ ਖਾਦ ਪਦਾਰਥ ਨੇ ਉਹੀ ਉਗਾਏ ਜਾਂਦੇ ਆ, ਜਿਵੇਂ ਮੱਕੀ ਉਗਾਈ ਜਾਂਦੀ ਆ, ਬੀਟ ਉਗਾਈ ਜਾਂਦੀ ਆ, ਸੁਲਗਮਸ ਉਗਾਏ ਜਾਂਦੇ ਆ, ਰਾਈਜ਼ ਆ, ਬੈਲਰੀਜ਼ ਨੇ, ਇਹ ਸਾਰੀਆਂ ਚੀਜ਼ਾਂ ਪ੍ਰੋਡਿਊਸ ਕੀਤੀਆਂ ਜਾਂਦੀਆਂ ਜਾਂ ਉੱਥੇ ਉਗਾਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਹ ਸਪੈਸ਼ਲਾਈਜ਼ਡ ਫਾਰਮਿੰਗ ਦੇ ਵਿੱਚ ਆਉਂਦੇ, ਸਪੈਸ਼ਲਾਈਜ਼ਡ ਇਹਦੇ ਲਈ ਅਲੱਗ ਤੋਂ ਕੀਤਾ ਜਾਂਦਾ। ਇਹਦੇ ਵਿੱਚ ਹੋਰ ਵੀ ਕਾਟਨ ਅਤੇ ਗਰਾਊਂਡ ਨਟਸ ਜਿਵੇਂ ਮੂੰਗਫਲੀ ਹੋ ਗਿਆ, ਸ਼ੂਗਰ ਕੇਨ ਹੋ ਗਿਆ, ਤੰਬਾਕੂ ਹੋ ਗਿਆ, ਵੈਜੀਟੇਬਲਸ ਹੋ ਗਏ, ਫਰੂਟਸ ਹੋ ਗਏ, ਇਹ ਵੀ ਸਪੈਸ਼ਲ ਤੌਰ 'ਤੇ ਉਗਾਏ ਜਾਂਦੇ ਆ। ਨੀਅਰਲੀ ਹਾਫ ਆਫ ਦੀ ਸਪੈਸ਼ਲਾਈਜ਼ਡ ਫਾਰਮਿੰਗ ਜਿਹੜੀ ਆ ਉਹ USA ਦੇ ਵਿੱਚ ਲਾਈਵ ਸਟਾਕ ਯਾਨੀ ਕਿ ਜਿਹੜੀ ਆਮ ਖੇਤੀ ਕੀਤੀ ਜਾਂਦੀ ਉਹਦੇ ਵਿੱਚ ਹੀ ਹੁੰਦੀ ਆ। ਲਾਈਵ ਸਟਾਕ ਫਾਰਮਸ ਦੇ ਵਿੱਚ ਉਹ ਕੀ ਕਰਦੇ ਆ, ਮੀਟ ਆਫ ਐਨੀਮਲਸ, ਰਾਈਸ ਆਫ ਕਾਊਜ਼, ਚਿਕਨਸ ਅਤੇ ਤੁਰਕੀਜ਼ ਜਿਹੜੇ ਨੇ ਅਜਿਹੀਆਂ ਚੀਜ਼ਾਂ ਉਗਾਉਂਦੇ ਆ ਜਿਵੇਂ ਕਿ ਐਨੀਮਲਸ ਦੇ ਉੱਤੇ ਜ਼ਿਆਦਾ ਬੇਸਡ ਰਹਿੰਦੇ ਆ। ਅਤੇ ਮਿਕਸਡ ਫਾਰਮਿੰਗ ਦੇ ਵਿੱਚ ਇਹ ਜ਼ਿਆਦਾਤਰ ਪ੍ਰੋਡਿਊਸ ਕਰਦੇ ਆ ਨੰਬਰ ਆਫ ਕਈ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਨੇ ਇਹਦੇ ਵਿੱਚ ਉਗਾਈਆਂ ਜਾਂਦੀਆਂ ਨੇ। USA ਯਾਨੀ ਕਿ ਯੂਨਾਈਟਡ ਸਟੇਟ ਜਿਹੜਾ ਉਹ ਵਰਲਡ ਦਾ ਸਭ ਤੋਂ ਜ਼ਿਆਦਾ ਲੀਡੈਸਟ ਅਤੇ ਇੰਟਰਨੈਸ਼ਨਲ ਐਗਰੀਕਲਚਰ ਦੇ ਵਿੱਚ ਇੱਕ ਸਭ ਤੋਂ ਵੱਡੀ ਮਾਰਕੀਟ ਆ, ਅਤੇ ਇੱਥੇ ਹੀ ਵਧੀਆ ਕੁਆਲਿਟੀ ਦੇ ਜਿਹੜੇ ਐਗਰੀਕਲਚਰ ਪ੍ਰੋਡਕਟਸ ਨੇ ਉਹ ਪ੍ਰੋਵਾਈਡ ਹੁੰਦੇ ਆ। ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਸੈਸ਼ਨ ਬਹੁਤ ਵਧੀਆ ਲੱਗਿਆ ਹੋਊਗਾ। ਜੇਕਰ ਸੈਸ਼ਨ ਮੇਰਾ ਇੰਟਰਸਟਿੰਗ ਲੱਗਿਆ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ। ਜੇਕਰ ਤੁਹਾਨੂੰ ਇਸ ਤੋਂ ਨੌਲੇਜ ਮਿਲਦੀ ਹੈ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ, ਤਾਂ ਜੋ ਮੈਂ ਕੀ ਹੈ ਮੋਟੀਵੇਟ ਹੋ ਕੇ ਤੁਹਾਡੇ ਲਈ ਇੱਕ ਹੋਰ ਅਤੇ ਵਧੀਆ ਇੰਟਰਸਟਿੰਗ ਸੈਸ਼ਨ ਜਿਹੜੇ ਨੇ ਉਹ ਇਸੇ ਤਰੀਕੇ ਨਾਲ ਬਣਾਉਂਦਾ ਰਹਾਂ। ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।